जे इत्थे कोई बादल दी गड्डी ते गोहा सुੱਟ ਜਾਂਦਾ ਤੇ ਧਾਰਾ 307 ਲੱਗ ਜਾਂਦੀ ਹੈ ਵੀ ਬਾਣੀ ਦੀ ਪੋਥੀ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਕੈਪਟਨ ਸਾਹਿਬ ਗੁਰੂ ਰਾਜ ਦਿੰਦਾ ਹੈ ਤੇ ਜਦੋਂ ਇਨਸਾਫ ਮੁੱਕ ਜਾਏ ਤੇ ਫਿਰ ਗੁਰੂ ਜੜ੍ਹਾਂ ਵੀ ਪੁੱਟ ਦਿੰਦਾ ਹੈ। ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹ ਸਿੱਖੀ ਨਹੀਂ ਨਿਭਾ ਸਕਦੇ ਤੇ ਜਿਹੜੇ ਸਿੱਖੀ ਪਾਲਣੀ ਜਾਣਦੇ ਨੇ ਉਹਨਾਂ ਦੀਆਂ ਮਜਬੂਰੀਆਂ ਨਹੀਂ ਹੁੰਦੀਆਂ। ਮੈਨੂੰ ਇੰਝ ਲੱਗਦਾ ਹੈ ਕਿ ਜਿੱਥੇ ਬਾਦਲ ਕੇ ਦੋਸ਼ੀ ਤਾਂ ਹੈਗੇ ਹੀ ਨੇ ਉੱਥੇ ਕੈਪਟਨ ਸਾਹਿਬ ਵੀ ਓਡੇ ਹੀ ਦੋਸ਼ੀ ਬਣ ਚੁੱਕੇ ਤੇ ਜਿਹੜੇ ਕਹਿੰਦੇ ਨੇ ਅੰਦਰੋਂ ਤਾਂ ਤੁਹਾਡੇ ਨਾਲ ਆ ਬਾਹਰੋਂ ਅਸੀਂ ਖਲੋ ਨਹੀਂ ਸਕਦੇ। ਇਹਨਾਂ ਲੋਕਾਂ ਦੇ ਇਹੋ ਜਿਹੇ ਸੱਚ ਨੂੰ ਕਰਨਾ ਵੀ ਕੀ। ਕੈਪਟਨ ਸਾਹਿਬ ਬਾਦਲ ਕਿਆਂ ਨੂੰ ਬਚਾਉਣ ਤੇ ਲੱਗੇ ਨੇ। 328 ਸਵਰੂਪ ਨੂੰ ਮਹਾਰਾਜੀਆਂ ਨੂੰ ਲੈ ਕੇ ਸਿੰਘਾਂ ਨੇ ਮੋਰਚਾ ਲਾਇਆ। ਉਸ ਮੋਰਚੇ ਨੂੰ ਇਹਨਾਂ ਤੇ ਗੁੰਡਾ ਬ੍ਰਿਗੇਡ ਨੇ ਤਾਰਪੀੜ ਕੀਤਾ। ਭਾਵੇਂ 18 ਮਹੀਨੇ ਤੇ ਭਾਵੇਂ 18 ਸਾਲ ਬਹਿਣਾ ਪਵੇ ਨਾ, ਅਸੀਂ ਆਪਣੇ ਟੱਬਰ ਸਮੇਤ ਇੱਥੇ ਬੈਠਾ ਕਰਾਂਗੇ। 100 ਸਾਲ ਪਹਿਲਾਂ ਵੀ ਤੁਹਾਡੀ ਗੰਦੀ ਰਾਜਨੀਤੀ ਨਰੈਣੂ ਮੰਨਤਾਂ ਦੀ ਕੱਢੀ ਸੀ, ਹੁਣ ਵੀ ਕੱਢਾਂਗੇ। ਤੁਹਾਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਕਾਨੂੰਨ ਪਾਸ ਹੋਣਾ ਚਾਹੀਦਾ ਜਿਹੜੇ ਵੀ ਗੁਰੂ ਸਾਹਿਬ ਦੀ ਬੇਅਦਬੀ ਕਰੇ ਉੱਤੇ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ? ਜਦੋਂ ਕਿਸੇ ਤੇ ਕੋਈ ਮੁਕੱਦਮਾ ਦਰਜ ਹੁੰਦਾ ਹੈ ਉਹਦੇ ਧਾਰਮਿਕ ਜਿਹੜੇ ਚਿੰਨ੍ਹ ਨੇ ਉਹਨਾਂ ਦਾ ਧਿਆਨ ਰੱਖਿਆ ਜਾਏ ਤੇ ਜਿੰਨਾ ਚਿਰ ਬਾਦਲਾਂ ਦਾ ਇਹ ਝੋਲੀ ਚੁੱਕ ਉਹਨਾਂ ਨੇ ਆਪਣਾ ਬੇਬੀ ਲਾਇਆ ਹੋਇਆ ਵਾ, ਉਹੀ ਧਾਰਾ ਹੁਣ ਬਾਦਲ ਟੱਬਰ ਤੇ ਜਾਂ ਇਹਨਾਂ ਦੇ ਕਰਿੰਦਿਆਂ ਤੇ ਲੱਗਦੀ ਹੈ। ਪਰ ਉਹਨਾਂ ਨੂੰ ਇਹਨਾਂ ਦਾ ਜਹੇਦਾਰ ਕੀ ਕਹਿੰਦਾ, ਇਹਨਾਂ ਨੂੰ ਝਾੜੂ ਮਰਵਾ ਕੇ ਛੱਡ ਦਿਓ। ਹੋ ਅਸੀਂ ਤੁਹਾਨੂੰ ਬੁੱਧੂ ਬਣਾ ਰਹੇ ਹਾਂ। ਉਹ ਕਿਸੇ ਗੱਪੀ ਨੇ ਨਾ ਕੋਈ ਉਹ ਜਮੂਰਾ ਰੱਖ ਲਿਆ, ਉਹ ਕਹਿੰਦਾ ਜਦੋਂ ਮੈਂ ਗੱਪ ਮਾਰੂੰਗਾ ਨਾ ਤੂੰ ਮਗਰੋਂ ਫਟਾਫਟ ਟਾਕੀ ਲਾਉਣੀ ਆ ਵੀ ਲੋਕ ਮੇਰੇ ਗੱਲ ਨਾ ਪੈਣ। ਮੈਂ ਇੱਕ ਦਿਨ ਗੋਲਾ ਦਾਗਿਆ, ਆਸਮਾਨ ਪਾੜ ਕੇ ਰੱਖ ਦਿੱਤਾ। ਉਹ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਆਸਮਾਨ ਕਿੱਦਾਂ ਪਾੜ ਦਿੱਤਾ ਤੂੰ। ਉਹ ਕਹਿੰਦਾ ਦੱਸ ਵੀ ਬੋਲ ਹੁਣ ਲਾ ਟਾਕੀ। ਉਹ ਕਹਿੰਦਾ ਇੱਥੇ ਨਹੀਂ ਲੱਗਣੀ। ਕਿਉਂ? ਕਹਿੰਦੇ ਗੱਪ ਵੱਡੀ ਮਾਰ ਦਿੱਤੀ ਨਾ ਹੁਣ। ਤੂੰ ਜਿਹੜੀਆਂ ਟਾਕੀਆਂ ਲਾ ਰਿਹਾ ਸਾਨੂੰ ਕੱਖ ਨਹੀਂ ਹੋਣਾ, ਤੈਨੂੰ ਕੌਮ ਨੇ ਮਾਂਜ ਕੇ ਰੱਖਣਾ, ਫਿਕਰ ਨਾ ਕਰੀ। ਦੂਜਾ ਕੋਈ ਨਰਾਦਰੀ ਕਰਦਾ ਫੜਿਆ ਗਿਆ ਤਾਂ ਜੇਲ੍ਹ ਜਾਊ, ਜੇ ਬਾਦਲ ਕੇ ਫੜੇ ਗਏ ਤੇ ਝਾੜੂ ਮਾਰ ਕੇ ਟਿਚਰਾਂ ਕਰਕੇ ਚਲੇ ਜਾਣ। ਸ਼੍ਰੋਮਣੀ ਕਮੇਟੀ ਨੇ ਜੋ ਕਰਨਾ ਆ ਉਹ ਤਾਂ ਉਹਨਾਂ ਦੇ ਬੇਬੀ ਜਥੇਦਾਰ ਨੇ ਕਹਿ ਦਿੱਤਾ। ਤੇ ਅਕਾਲੀ ਦਲ ਵਾਲਿਓ ਨਹੀਂ, ਅਕਾਲੀ ਦਲ ਵਾਲਿਓ, ਗੁਰੂ ਗ੍ਰੰਥ ਸਾਹਿਬ ਲਈ ਤਾਂ ਤੁਹਾਡੀਆਂ ਕਿਰਪਾਨਾਂ ਨਿਕਲਦੀਆਂ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਲਈ ਆਵਾਜ਼ ਦੇਣ ਵਾਲਿਆਂ ਦੇ ਵਿਰੁੱਧ ਜ਼ਰੂਰ ਨਿਕਲ ਜਾਂਦੀਆਂ ਨੇ। ਤੂੰ ਭਾਈ ਲਛਮਣ ਸਿੰਘ ਦਾ ਵਾਰਸ ਹੈ, ਇੱਧਰ ਮਹੰਤਾਂ ਦਾ ਕੋੜਮਾ ਬੈਠਾ ਹੈ। ਅੱਜ ਫਿਰ ਸਹੀ ਪਾ ਕੇ ਤੇ ਉਸ ਇਤਿਹਾਸ ਨੂੰ ਫਿਰ ਦੁਹਰਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜਾ 328 ਸਰੂਪਾਂ ਦਾ ਜਿਹੜਾ ਮੋਰਚਾ ਲੱਗਾ ਹੋਇਆ ਅਸੀਂ ਉੱਥੇ ਬੈਠੇ ਹਾਂ ਜੀ, ਔਰ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਪਹਿਲਾਂ ਬਰਗਾੜੀ ਕਾਂਡ ਹੋਇਆ, ਉਸ ਤੋਂ ਬਾਅਦ ਮਹਾਰਾਜ ਦੀਆਂ ਬੇਦਬੀਆਂ ਹੋਈਆਂ, ਉਹਦੇ ਵਿੱਚ ਹੀ ਕਾਫੀ ਸਿੰਘ ਜਿਹੜੇ ਸੱਟਾਂ ਲੱਗੀਆਂ ਔਰ ਸਿੰਘ ਸ਼ਹੀਦ ਵੀ ਹੋਏ। ਔਰ ਕੱਲ੍ਹ ਪਰਸੋਂ ਦਾ ਜਿਹੜਾ ਟਾਈਮ ਸੀਗਾ ਉਹਦੇ ਵਿੱਚ ਅਟੈਚੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਸੀਗਾ ਏਅਰਪੋਰਟ ਤੋਂ ਫੜਿਆ ਗਿਆ ਔਰ ਉਹਦੇ ਅਗੇਂਸਟ ਜਿਹੜਾ ਮੁਕੱਦਮਾ ਦਰਜ ਕਰ ਰਹੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੀ ਗਲਤੀ ਹੈ ਔਰ ਕਿਹਦੀ ਗਲਤੀ ਹੈ ਇਹਦੇ ਵਿੱਚ? ਮਸਲਾ ਚਾਹੇ ਬਰਗਾੜੀ ਦਾ ਹੋਵੇ, ਬਾਈਬਲ ਕਾਂਡ ਜਿਹੜਾ ਵਾਪਰਿਆ, ਜਾਂ ਉਹ ਕੱਲ੍ਹ ਵਾਲੀ ਗੱਲ ਸੀ, ਜਾਂ ਉਹ 328 ਸਰੂਪ ਸਨ, ਜਾਂ ਉਹ ਜਿਹੜੇ ਸਰੂਪ ਮਹਾਰਾਜ ਜੀ ਦੇ ਸੜੇ, ਉੱਥੇ ਮੈਂ ਸੜੇ ਸ਼ਬਦ ਵਰਤ ਰਿਹਾ ਕਿਉਂਕਿ ਉਹ ਅਗਨ ਭੇਟ ਹੋਰ ਚੀਜ਼ ਆ। ਔਰ ਇਹਨਾਂ ਦੀਆਂ ਨਲਾਇਕੀਆਂ ਕਰਕੇ ਉਹ 5 ਦੱਸੇ ਗਏ, ਕਿਤੇ 9, ਕਿਤੇ 14, ਕਿਤੇ 85। ਇਹ ਸਭ ਕਾਹੇ ਲਈ ਜ਼ਿੰਮੇਵਾਰ ਪ੍ਰਬੰਧਕ ਨਿਜ਼ਾਮ ਹੋਇਆ ਕਰਦਾ ਹੈ। ਤੇ ਅੱਜ ਗੁਰਦੁਆਰਾ ਪ੍ਰਬੰਧ ਸਿਸਟਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਉਹ ਬਾਦਲ ਕਿਆਂ ਕੋਲੇ ਆ। ਤੇ ਦੂਜੇ ਬੰਨੇ ਪ੍ਰਬੰਧ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਲਈ ਹਮੇਸ਼ਾ ਸਰਕਾਰ ਨੂੰ ਕਹਿਣਾ ਹੁੰਦਾ ਤੇ ਸਰਕਾਰ ਕਿਹਦੀ ਹੈ ਜੀ? ਕੈਪਟਨ ਸਾਹਿਬ ਦੀ। ਤੇ ਮੈਨੂੰ ਇੰਝ ਲੱਗਦਾ ਹੈ ਕਿ ਜਿੱਥੇ ਬਾਦਲ ਕੇ ਦੋਸ਼ੀ ਤਾਂ ਹੈਗੇ ਹੀ ਨੇ ਉੱਥੇ ਕੈਪਟਨ ਸਾਹਿਬ ਵੀ ਓਡੇ ਹੀ ਦੋਸ਼ੀ ਬਣ ਚੁੱਕੇ, ਬਣ ਰਹੇ ਨੇ।
ਉਹਨਾਂ ਨੇ ਅੱਖਾਂ ਮੀਟੀਆਂ ਹੋਈਆਂ ਕਿ ਅਸੀਂ ਇਦਾਂ ਦਾ ਕੁਝ ਵੀ ਨਹੀਂ ਵੇਖਣਾ, ਵੀ ਵੱਡੀ ਤੋਂ ਵੱਡੀ ਘਟਨਾ ਜਿਹੜੀ ਵਾਪਰਦੀ ਆ ਉਹਨੂੰ ਧਾਰਮਿਕ ਕਹਿ ਕੇ ਤੇ ਉਹਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਧਰਾਵਾਂ 295 ਏ ਦੀਆਂ ਲੱਗ ਰਹੀਆਂ ਨੇ, 120 ਲੱਗ ਰਹੀ ਹੈ, 420 ਲੱਗ ਰਹੀ ਹੈ, 307 ਲੱਗ ਰਹੀ ਹੈ, ਹੋਰ ਕਈ ਲੱਗਦੀਆਂ ਨੇ, ਤੇ ਫਿਰ ਇੱਥੇ ਜਾਣ ਬੁੱਝ ਕੇ ਹੀ ਨਹੀਂ ਲਾਈਆਂ ਜਾ ਰਹੀਆਂ। ਕੈਪਟਨ ਸਾਹਿਬ ਬਾਦਲਕਿਆਂ ਨੂੰ ਬਚਾਉਣ ਤੇ ਲੱਗੇ ਨੇ, ਤੇ ਬਾਦਲਕੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਨੇ, ਜਾਂ ਉਹ ਇਹਨਾਂ ਦੇ ਦਿਹਾੜੀਦਾਰ ਬੇਬੀ ਜਥੇਦਾਰ ਨੇ, ਜਾਂ ਇਹਨਾਂ ਦੇ ਮੈਂਬਰ ਨੇ, ਜਾਂ ਹੋਰ ਨੇ, ਉਹ ਸਾਰੇ ਦਾ ਸਾਰਾ ਲਾਣਾ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ। ਉਹਨਾਂ ਦੀ ਖੁਸ਼ੀ ਲਈ, ਆਪਣੀ ਚੌਧਰ ਲਈ, ਗੁਰੂ ਨਾਨਕ ਦੇ ਸਿਧਾਂਤ ਨੂੰ ਇਹ ਮਲੀਆ ਮੇਟ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਕੇ ਪੂਰਾ ਇਹਨਾਂ ਨੇ ਤਾਣ ਲਾਇਆ ਹੋਇਆ ਹੈ। ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਗੱਲ ਹੈ, ਚਾਹੇ ਉਹ ਸਿੱਖੀ ਸਿਧਾਂਤਾਂ ਦੀ ਗੱਲ ਹੈ, ਚਾਹੇ ਉਹ ਤਖਤਾਂ ਦੀ ਮਾਣ ਮਰਜ਼ਾਦਾ ਦੀ ਗੱਲ ਹੈ, ਚਾਹੇ ਉਹ ਸਿੱਖ ਇਤਿਹਾਸ ਦੀ ਗੱਲ ਹੈ, ਚਾਹੇ ਉਹ ਸਿੱਖਾਂ ਦੇ ਸਰਮਾਏ ਦੀ, ਜਾਂ ਗੁਰੂ ਦੀਆਂ ਗੋਲਕਾਂ, ਜਾਂ ਕਿਸੇ ਵੀ ਕਿਸਮ ਦੀ ਸਿੱਖੀ ਦੀ ਜਿਹੜੀ ਗੱਲ ਤੁਰਦੀ ਹੈ, ਜਿਹੜੀ ਸਮੁੱਚੀ ਮਾਨਵਤਾ ਨੂੰ ਆਜ਼ਾਦ ਫਿਜ਼ਾ ਦਾ ਨਿੱਘ ਦੇਣ ਵਾਲੀ ਹੋਵੇ, ਤੇ ਘੱਟ ਗਿਣਤੀਆਂ ਲਈ, ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਮਜ਼ਲੂਮ ਲਈ ਪਹਿਰੇਦਾਰ ਹੋਵੇ, ਉਹ ਸਭ ਕਾਹੇ ਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਨੇ। ਔਰ ਇਹਨਾਂ ਦੀਆਂ ਸਾਜ਼ਿਸ਼ਾਂ ਨੇ। ਆਮ ਸਿੱਖ ਜਿਹੜਾ ਸੀਗਾ, ਜਾਂ ਆਮ ਮਨੁੱਖ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਸੱਚ ਹੈ, ਧੁਰ ਕੀ ਬਾਣੀ ਆਈ, ਸ਼ਬਦ ਗੁਰ ਪੀਰਾ, ਜਿਹੜਾ ਉਹ ਜਾਣ ਕੇ ਸਿਰ ਝੁਕਾਉਂਦਾ ਸੀ, ਉਹਨਾਂ ਲੋਕਾਂ ਨੂੰ ਉਹਦੇ ਤੋਂ ਹਮੇਸ਼ਾ ਦੂਰ ਕਰਕੇ ਤੇ ਕਾਮਰੇਡ ਬਿਰਤੀ ਦੇ ਲੋਕ ਨਾਸਤਕ ਬਣਾਉਣ ਲਈ ਇਹ ਸਭ ਕੁਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇਹ ਮੈਂ ਤਾਂ ਇਹ ਕਹਾਂਗਾ, ਔਰ ਇਸੇ ਲਈ ਹੀ ਆ ਸ਼ਾਇਦ ਸਾਨੂੰ ਗੁਰੂ ਨੇ ਕਿਰਪਾ ਕੀਤੀ ਕਿ ਜਿਹੜਾ 328 ਸਵਰੂਪ ਨੂੰ ਮਹਾਰਾਜੀਆਂ ਨੂੰ ਲੈ ਕੇ ਸਿੰਘਾਂ ਨੇ ਮੋਰਚਾ ਲਾਇਆ, ਉਸ ਮੋਰਚੇ ਨੂੰ ਇਹਨਾਂ ਦੇ ਗੁੰਡਾ ਬ੍ਰਿਗੇਡ ਨੇ ਤਾਰਪੀੜ ਕੀਤਾ, ਜਿਸ ਨੂੰ ਦੁਬਾਰਾ ਜਿਹਦੀ ਕਮਾਂਡ ਸਾਂਭਦੇ ਆ ਬਾਬਾ ਫੌਜਾ ਸਿੰਘ ਜੀ ਸੁਭਾਨੇ ਵਾਲੇ, ਉਹਨਾਂ ਦੀਆਂ ਸਮੁੱਚੀਆਂ ਸਿੱਖ ਸੰਗਤਾਂ, ਭਾਈ ਸਾਧੂ ਸਿੰਘ ਉਦਣ ਤੋਂ ਹੀ ਮੇਰੇ ਨਾਲ ਨੇ, 18 ਦਿਨ ਹੋ ਗਏ ਆ, ਪਰਿਵਾਰ ਵੀ ਇਹਨਾਂ ਦਾ ਨਾਲ ਹੀ ਹੈ। ਕਹਿੰਦੇ ਭਾਈ ਸਾਹਿਬ ਕੋਈ ਆਵੇ ਚਾਹੇ ਨਾ ਆਵੇ, ਮੇਰਾ ਵੀ ਪਰਿਵਾਰ ਬੈਠਾ ਤੇ ਆਪਣਾ ਵੀ ਲੈ ਕੇ ਬਹਿ ਜਾਓ, ਆਪਾਂ ਬਹਿ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਤੇ ਕੱਲ ਵੀ ਬੇਨਤੀ ਕੀਤੀ ਸੀ, ਸਾਨੂੰ ਭਾਵੇਂ ਅੱਜ 18 ਦਿਨ ਹੋ ਗਏ, ਭਾਵੇਂ 18 ਮਹੀਨੇ ਤੇ ਭਾਵੇਂ 18 ਸਾਲ ਬਹਿਣਾ ਪਵੇ ਨਾ, ਅਸੀਂ ਆਪਣੇ ਟੱਬਰ ਸਮੇਤ ਇੱਥੇ ਬੈਠਿਆ ਕਰਾਂਗੇ। ਸਿੱਖ ਸੰਗਤ ਦੀ ਮਰਜ਼ੀ, ਉਹ ਆਵੇ ਉਹ ਨਾ ਆਵੇ, ਉਹਨਾਂ ਨੇ ਕਿੱਥੇ ਕੁ ਤੱਕ ਆਵਾਜ਼ ਦੇਣੀ ਹੈ, ਕਿੱਥੇ ਕੁ ਤੱਕ ਨਹੀਂ ਦੇਣੀ, ਪਰ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਵਾਲੀ ਜਿਹੜੀ ਗੱਲ ਸੀ, ਅਸੀਂ ਤਾਂ ਉਹ ਨਿਭਾਵਾਂਗੇ। ਉਹ ਕਹਿੰਦੇ ਜਰਨੈਲ ਸਿੰਘਾਂ ਤੂੰ ਤਾਂ ਤੁਰ ਪਿਆ, ਕਿ ਕੌਮ ਤੇਰੇ ਨਾਲ ਤੁਰੂ, ਪੰਥ ਤੁਰੂ। ਉਹ ਕਹਿੰਦੇ ਮੈਂ ਤਾਂ ਗੁਲਾਮ ਹਾਂ, ਗੁਲਾਮ ਦਾ ਕੰਮ ਹੈ ਤੁਰੇ ਰਹਿਣਾ, ਮਾਲਕ ਦੀ ਮਰਜ਼ੀ ਉਹਦੇ ਸਿਰ ਤੇ ਹੱਥ ਰੱਖੇ ਚਾਹੇ ਨਾ ਰੱਖੇ, ਪਰ ਗੁਲਾਮ ਜਿੰਨਾ ਚਿਰ ਜਿਉਂਦਾ ਹੈ ਉਹਨਾਂ ਚਿਰ ਉਹ ਆਪਣੇ ਪੰਥ ਦੀ ਗੁਲਾਮੀ ਕਰਦਾ ਹੈ, ਇਹ ਮਾਲਕ ਦੀ। ਇਸੇ ਤਰ੍ਹਾਂ ਅਸੀਂ ਆਪਣੇ ਪੰਥ ਦੀ ਗੁਲਾਮੀ ਲਈ ਪਿਛਲੇ 18 ਦਿਨਾਂ ਤੋਂ ਇੱਥੇ ਬੈਠੇ ਹੋਏ ਹਾਂ, ਹੋਕਾ ਦੇ ਰਹੇ ਹਾਂ, ਜਿੱਥੇ ਬਾਦਲਕਿਆਂ ਨੂੰ ਵੰਗਾਰਦੇ ਹਾਂ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਵੀ ਕਰਾਂਗੇ, ਜ਼ਬਰ ਦਾ ਮੁਕਾਬਲਾ ਜੂਝ ਕੇ ਵੀ ਕਰਾਂਗੇ, ਔਰ 100 ਸਾਲ ਪਹਿਲਾਂ ਵੀ ਤੁਹਾਡੀ ਗੰਦੀ ਰਾਜਨੀਤੀ ਨਰੈਣੂ ਮੰਤਾਂ ਦੀ ਕੱਢੀ ਸੀ, ਹੁਣ ਵੀ ਕੱਢਾਂਗੇ। ਤੇ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਹੋਕਾ ਦੇ ਰਹੇ ਹਾਂ ਵੀ ਬਾਣੀ ਦੀ ਪੋਥੀ ਹੱਥ 'ਚ ਫੜ ਕੇ ਸਹੁੰ ਖਾਣ ਵਾਲੇ ਕੈਪਟਨ ਸਾਹਿਬ, ਤੁਹਾਡੇ ਵੱਡਿਆਂ ਨੇ ਗੁਰੂ ਸਾਹਿਬ ਤੋਂ ਢਿੱਡ ਵਜਾ ਕੇ ਕਦੇ ਰਾਜ ਪ੍ਰਾਪਤ ਕੀਤੇ, ਤੇ ਗੁਰੂ ਰਾਜ ਦਿੰਦਾ ਹੈ, ਤੇ ਜਦੋਂ ਇਨਸਾਫ ਮੁੱਕ ਜਾਏ ਤੇ ਫਿਰ ਗੁਰੂ ਜੜ੍ਹਾਂ ਵੀ ਪੁੱਟ ਦਿੰਦਾ ਹੈ, ਪਰਮੇਸ਼ਰ ਐਸਾ ਵੀ ਕਰ ਦਿੰਦਾ ਹੈ। ਇਸ ਲਈ ਬਾਦਲ ਦੇ ਸਿੱਖ ਨਾ ਬਣੋ, ਗੁਰੂ ਦੇ ਸਿੱਖ ਬਣ ਕੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰੋ। ਪੰਥਕ ਹੋਕਾ ਦੇਣ ਲਈ ਅਸੀਂ ਜਿੱਥੇ ਇਹ ਕਰ ਰਹੇ ਹਾਂ, ਉੱਥੇ ਪੰਥਕ ਹੋਕਾ ਦੇ ਰਹੇ ਹਾਂ। ਪਿੱਛੇ ਤੁਹਾਡੇ ਬੋਰਡ ਲੱਗਾ ਹੋਇਆ ਹੈ ਪੰਥਕ ਹੋਕਾ। ਪੰਥਕ ਹੋਕੇ ਦਾ ਮਕਸਦ ਕੀ ਹੈ? ਚਾਹੇ ਗੁਰੂ ਦੀ ਗੋਲਕ ਚੋਰੀ ਹੋ ਰਹੀ ਹੈ, ਚਾਹੇ ਸ਼੍ਰੋਮਣੀ ਕਮੇਟੀ ਇਤਿਹਾਸ ਵਿਗਾੜ ਰਹੀ ਹੈ, ਚਾਹੇ ਗੋਲਕਾਂ ਖਾ ਰਹੀ ਹੈ, ਚਾਹੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਸੱਟ ਮਾਰ ਰਹੀ ਹੈ, ਚਾਹੇ ਉਹ ਸਾਡੇ ਸ਼ਹੀਦਾਂ ਨੂੰ ਰੋਲ ਕੇ ਤੇ ਸਾਡੇ ਯੋਧਿਆਂ ਨੂੰ ਅੱਤਵਾਦੀ ਦੱਸਦੇ ਰਹੇ ਬਾਦਲ ਕੇ, ਜਾਂ ਹੋਰ ਕੁਝ ਜਿਹੜਾ ਜੋ ਵਾਪਰ ਰਿਹਾ ਹੈ, ਇਹਦਾ ਸਦੀਵੀ ਹੱਲ ਕੀ ਹੈ? ਇਹਨਾਂ ਬਿਮਾਰੀਆਂ ਤੋਂ ਨਿਜਾਤ ਸਾਡੀ ਆਉਣ ਵਾਲੀ ਪਨੀਰੀ ਨੂੰ ਕਿਵੇਂ ਮਿਲ ਸਕਦੀ ਹੈ? ਉਹਦੇ ਲਈ ਪੰਥਕ ਹੋਕਾ ਦੇ ਰਹੇ ਹਾਂ ਵੀ ਸਿੱਖੋ,
ਆਓ ਆਪਣੀਆਂ ਅੱਜ ਦੋ ਮਿਸਲਾਂ ਇਕੱਠੀਆਂ ਹੋਈਆਂ ਨੇ। ਬਾਬਾ ਫਤਿਹ ਫੌਜਾ ਸਿੰਘ ਜੀ ਸੁਭਾਨੇ ਵਾਲੇ ਅਕਾਲ ਬੁੰਗਾ ਸਾਹਿਬ, ਦੂਜੇ ਬੰਨੇ ਸਿੱਖ ਸਦਭਾਵਨਾ ਦਲ। ਸਿੱਖ ਨੀਤੀ ਤਹਿਤ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਤੁਰਨਗੀਆਂ ਉਹਨਾਂ ਦੇ ਨਾਲ ਤੁਰਾਂਗੇ, ਉਹਨਾਂ ਨੂੰ ਨਾਲ ਤੋਰਾਂਗੇ, ਤਾਂ ਜੋ ਗੁਰੂ ਘਰਾਂ ਦੇ ਵਿੱਚੋਂ ਗੰਦੀ ਰਾਜਨੀਤੀ ਬਾਦਲ ਕਿਆਂ ਦੀ ਕੱਢ ਕੇ ਸਿੱਖ ਨੀਤੀ ਬਹਾਲ ਕੀਤੀ ਜਾਵੇ। ਪੰਥਕ ਹੋਕੇ ਦਾ ਮਤਲਬ ਬਦਲਾ ਨਹੀਂ, ਬਦਲਾ ਲਿਆਵਾਂਗੇ, ਰਾਜਨੀਤਿਕ ਭਜਾਵਾਂਗੇ, ਸਿੱਖ ਨੀਤੀ ਲਿਆਵਾਂਗੇ, ਪੰਥ ਰੁਸ਼ਨਾਵਾਂਗੇ, ਨਰੈਣੂ ਭਜਾਵਾਂਗੇ। 100 ਸਾਲ ਪਹਿਲਾਂ ਕੱਢੇ ਸੀ, ਅੱਜ ਵੀ ਕੱਢਾਂਗੇ। ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹਨਾਂ ਦੀ ਰਾਜਨੀਤੀ ਤੋਂ ਆਜ਼ਾਦ ਕਰਾਵਾਂਗੇ। ਇਹ ਪੰਥਕ ਹੋਕਾ ਹੈ। ਔਰ ਉਹ ਦੂਜੇ ਬੰਨੇ ਪੰਥਕ ਹੋਕੇ ਦੇ ਰੂਪ ਵਿੱਚ ਮੁਕੱਦਮਾ ਦਰਜ ਕਰਾਉਣਾ 328 ਸਰੂਪ ਦਾ, ਔਰ ਦੋਸ਼ੀ ਸਾਹਮਣੇ ਨਸ਼ਰ ਕਰਨੇ। ਤੇ ਫਿਰ ਉਹ ਸਰੂਪ ਮਹਾਰਾਜ ਜੀ ਦੇ ਕਿੱਥੇ ਨੇ, ਇਹਦੇ ਬਾਰੇ ਜਾਣਨ ਲਈ ਅੱਜ 18ਵਾਂ ਦਿਨ ਹੈ। ਤੇ ਤੁਹਾਨੂੰ ਵੀਰਾਂ ਨੂੰ ਜਿਉਂ ਆਇਆ ਕਿ ਤੁਸੀਂ ਆਏ ਹੋ। ਤੇ ਜਦੋਂ ਤੁਸੀਂ ਆਉਂਦੇ ਹੋ ਸਾਡੇ ਵੀ ਹੌਸਲੇ ਬੁਲੰਦ ਹੁੰਦੇ ਨੇ ਵੀ ਉਹ ਵੀ ਹੈਗੇ ਨੇ ਵਿਚਾਰੇ, ਰਾਤ ਵੀ ਨਹੀਂ ਵੇਖਦੇ, ਦਿਨ ਨਹੀਂ ਵੇਖਦੇ। ਜਦੋਂ ਜਦੋਂ ਜਿਹਦਾ ਟਾਈਮ ਲੱਗਦਾ ਉਹ ਇੱਥੇ ਪਹੁੰਚਦਾ ਹੈ, ਬਕਾਇਦਾ ਰਜਿਸਟਰ ਲੱਗਿਆ ਹੋਇਆ ਵਾ, ਉਹ ਆਪਣੇ ਸਾਈਨ ਕਰਕੇ ਜਾਂਦੇ ਨੇ। ਇਹ ਵੀ ਇੱਕ ਇਤਿਹਾਸ ਬਣੇਗਾ ਵੀ ਉਹ ਵੀ ਲੋਕ ਸੀ ਜਿਹੜੇ ਕਹਿੰਦੇ ਅੰਦਰੋਂ ਤਾਂ ਤੁਹਾਡੇ ਨਾਲ ਹੀ ਸੀ ਨਾ, ਬਾਹਰੋਂ ਬਾਦਲਾਂ ਨਾਲ ਤੁਰੇ ਫਿਰਦੇ ਆ। ਇਹੋ ਜੀ ਅਸੀਂ ਅੰਦਰ ਨੂੰ ਕੀ ਕਰਨਾ। ਉਹ ਵੀ ਹੈਗੇ ਨੇ ਜਿਹੜੇ ਕਹਿੰਦੇ ਜੀ ਮਜਬੂਰੀਆਂ ਨੇ, ਡਰ ਹੈ। ਤੇ ਬੇਨਤੀ ਕਰਦਾ ਹੈ ਜਿਹੜੇ ਸਿੱਖ ਹੁੰਦੇ ਨੇ ਉਹ ਡਰਦੇ ਨਹੀਂ, ਤੇ ਜਿਹੜੇ ਡਰਦੇ ਨੇ ਉਹ ਸਿੱਖ ਨਹੀਂ ਹੁੰਦੇ। ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹ ਸਿੱਖੀ ਨਹੀਂ ਨਿਭਾ ਸਕਦੇ, ਤੇ ਜਿਹੜੇ ਸਿੱਖੀ ਪਾਲਣੀ ਜਾਣਦੇ ਨੇ ਉਹਨਾਂ ਦੀਆਂ ਮਜਬੂਰੀਆਂ ਨਹੀਂ ਹੁੰਦੀਆਂ। ਤੇ ਜਿਹੜੇ ਕਹਿੰਦੇ ਨੇ ਅੰਦਰੋਂ ਤਾਂ ਤੁਹਾਡੇ ਨਾਲ ਆ, ਬਾਹਰੋਂ ਅਸੀਂ ਖਲੋ ਨਹੀਂ ਸਕਦੇ, ਇਹਨਾਂ ਲੋਕਾਂ ਦੇ ਇਹੋ ਜਿਹੇ ਸੱਚ ਨੂੰ ਕਰਨਾ ਵੀ ਕੀ, ਜਿੰਨਾ ਲੈ ਕੇ ਮੜੀ 'ਚ ਪੈ ਕੇ ਸੜ ਜਾਣਾ ਸਾਰਾ ਕੁਝ। ਚਾਹੀਦਾ ਸੀ ਉਸ ਸੱਚ ਨੂੰ ਬਾਹਰ ਕੱਢ ਦੇ, ਤੇ ਸ਼ਾਇਦ ਉਹ ਆਜ਼ਾਦ ਫਿਜ਼ਾ ਦਾ ਨਿੱਘ ਆਪ ਵੀ ਮੰਨ ਸਕਦਾ ਤੇ ਬਾਕੀਆਂ ਨੂੰ ਵੀ ਦੇ ਜਾਂਦਾ। ਗੁਰੂ ਕਲਗੀਧਰ ਪਿਤਾ ਨੇ ਸਾਨੂੰ ਖਾਲਸੇ ਸਾਜਿਆ ਹੈ, ਤੇ ਖਾਲਸਾ ਪੰਥ ਦੀ ਜਿਹੜੀ ਉਹ ਹੈਗੀ, ਉਹ ਕਹਿੰਦਾ ਤਨ ਕਰਕੇ ਵੀ ਤੇ ਮਨ ਕਰਕੇ ਵੀ, ਧਨ ਕਰਕੇ ਵੀ ਜੂਝਣਾ ਜਾਣਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਰ-ਬਾਰ ਬੇਦਬੀ ਹੋ ਰਹੀ ਹੈ, ਕਦੀ ਕਿਤੇ ਅੰਕ ਲਾਰੇ ਜਾਂਦੇ ਨੇ, ਕਦੀ ਕਿਤੇ। ਔਰ ਤੁਹਾਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਕਾਨੂੰਨ ਪਾਸ ਹੋਣਾ ਚਾਹੀਦਾ ਜਿਹੜੇ ਵੀ ਗੁਰੂ ਸਾਹਿਬ ਦੀ ਬੇਦਬੀ ਕਰੇ ਉੱਤੇ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ। ਇਸੇ ਲਈ ਅਸੀਂ ਪੰਥਕ ਹੋਕਾ ਦੇ ਰਹੇ ਹਾਂ ਕਿ ਆਓ ਸਿੱਖੋ, ਆਪਾਂ ਵਧਣਾ ਹੀ ਉਸ ਉਧਰ ਨੂੰ ਆ ਵੀ ਅਸੀਂ ਉਹ ਕਾਨੂੰਨ ਪਾਸ ਕਰਵਾਉਣੇ ਨੇ ਕਿ 307 ਜੇ ਇੱਥੇ ਕੋਈ ਬਾਦਲ ਦੀ ਗੱਡੀ ਤੇ ਗੋਹਾ ਸੁੱਟ ਜਾਂਦਾ ਤੇ ਧਾਰਾ 307 ਲੱਗ ਜਾਂਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਅਲੋਪ ਹੋ ਜਾਣ, ਚੋਰੀ ਚੁੱਕੇ ਜਾਣ, ਪਾੜੇ ਜਾਣ। ਆ ਸਿੰਘ ਵੱਡੇ ਫੱਟੇ ਨੇ, ਅੱਜ ਵੀ ਆ ਸਾਡੇ ਕੋਲ ਭਾਈ ਉਹ ਮਹਾਕਾਲ ਸੋਂ ਬੈਠਾ ਹੈ, ਉਹਦੀ ਬਾਂਹ ਤੋੜੀ ਹੋਈ ਜੀ ਇਹਨਾਂ ਦੇ ਗੁੰਡਿਆਂ ਨੇ, ਗੁੰਡਾ ਬ੍ਰਿਗੇਡ ਨੇ। ਕਈਆਂ ਦਿਨਾਂ ਤੋਂ ਉਹ ਲਗਾਤਾਰ ਇੱਥੇ ਮੋਰਚੇ 'ਚ ਆ ਕੇ ਸਿੰਘ ਪੰਥਕ ਹੋਕੇ ਦੀ ਇੱਥੇ ਥੜੇ ਤੇ ਬੈਠਾ ਹੋਇਆ। ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਜੇ ਧਾਰਾ 307 ਲਾਉਣੀ ਹੈ, 302 ਲਾਉਣੀ ਹੈ, ਤਾਂ ਫਿਰ ਮੈਂ ਸਮੁੱਚੇ ਪੰਥ ਨੂੰ ਇਹ ਬੇਨਤੀ ਕਰਦਾ ਹਾਂ, ਆਓ ਇਕੱਠੇ ਹੋਈਏ। ਇਹ ਨਾ ਤੇ ਬਾਦਲ ਕਿਆ ਨੇ ਲਾਉਣੀ ਹੈ ਤੇ ਨਾ ਇਹ ਕੈਪਟਨ ਕਿਆ ਨੇ ਲਾਉਣੀ ਹੈ। ਇਹ ਤਾਂ ਸਿੱਖ ਨੀਤੀ ਬਹਾਲ ਹੋਊ ਤਾਂ ਫਿਰ ਆਪਾਂ ਇਹ ਲਵਾ ਸਕਦੇ ਹਾਂ। ਇਹਨਾਂ ਤੋਂ ਕੋਈ ਆਸ ਨਾ ਰੱਖਿਓ, ਕਿਉਂਕਿ ਬਾਦਲ ਕੇ ਦੋਸ਼ੀ ਨੇ, ਕੈਪਟਨ ਕਿ ਉਹਨਾਂ ਦੀ ਵਾਰਡ ਬਣੇ ਹੋਏ ਆ। ਇਹਨਾਂ ਤੋਂ ਧਾਰਾ 307 ਤੇ 302 ਦੀ ਆਸ ਅਸੀਂ ਇਹ ਤਾਂ ਰੱਖ ਸਕਦੇ ਹਾਂ ਕਿ ਸਾਡੇ ਬੱਚੇ ਕਿਧਰੇ ਸਿੱਖ ਰਾਜ, ਕਿਧਰੇ ਖਾਲਿਸਤਾਨ, ਕਿਤੇ ਗੁੰਮਰਾਹ ਹੋ, ਕਿਤੇ ਇਮੋਸ਼ਨਲ ਹੋ ਕੇ ਕਿਸੇ ਕੰਧ ਤੇ ਲਿਖ ਦੇਣ, ਉਹਦੇ ਤੇ ਤਾਂ ਇਹ ਲਾ ਦੇਣਗੇ। ਪਰ ਸਿੱਖ ਪੰਥ ਨੂੰ ਵੱਢਣ, ਕੁੱਟਣ, ਮਾਰਨ ਵਾਲਿਆਂ, ਲੁੱਟਣ ਵਾਲਿਆਂ ਤੇ ਕਦੇ ਨਹੀਂ ਲਾਉਣਗੇ। ਇਸ ਲਈ ਜੇ ਉਹ ਧਾਰਾਂ ਲਵਾਉਣੀਆਂ ਨੇ ਤਾਂ ਫਿਰ ਆਓ ਸਿੱਖ ਨੀਤੀ ਦੀ ਬਹਾਲੀ ਲਈ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ। ਧੜਾ ਤੇ ਥੜਾ ਇੱਕ ਬਣਾਈਏ ਤਾਂ ਜੋ ਇਹ ਧਾਰਾਵਾਂ ਔਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਵੀ ਗੱਲ ਕਰਾਂਗਾ। ਚਾਹੇ ਬਾਕੀ ਦੇ ਵੀ ਧਾਰਮਿਕ ਗ੍ਰੰਥ ਨੇ, ਕਿਸੇ ਦੀ ਰਮਾਇਣ ਹੈ, ਕਿਸੇ ਦੀ ਗੀਤਾ ਹੈ, ਕਿਸੇ ਦੀ ਬਾਈਬਲ ਹੈ, ਕਿਸੇ ਦੀ ਕੁਰਾਨ ਹੈ, ਕਿਸੇ ਦੀ ਅੰਜੀਲ ਹੈ। ਕੋਈ ਕਿਸੇ ਕਿਸਮ ਦਾ ਬੰਦੇ 'ਚ ਜੁਰਤ ਨਾ ਪਵੇ ਉਹ ਕਿਸੇ ਦੇ ਧਾਰਮਿਕ ਫਲਸਫੇ ਨੂੰ ਅੱਗ ਲਾਏ, ਉਹਨੂੰ ਪਾੜੇ, ਉਹਦੀ ਨਰਾਦਰੀ ਕਰੇ। ਇਹ ਇਕੱਲਾ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ, ਮੈਂ ਤੇ ਸਮੁੱਚੇ ਉਹਨਾਂ ਮਤਾਂ ਦੀ ਗੱਲ ਕਰਦਾ ਹਾਂ ਵੀ ਉਹਨਾਂ ਦਾ ਵੀ ਜਿਹੜਾ ਧਾਰਮਿਕ ਫਲਸਫਾ ਹੈ ਨਾ, ਉਹਨਾਂ 'ਤੇ ਇਹ ਇੱਕ ਸਕੰਜਾ ਕੱਸਿਆ ਹੋਣਾ ਚਾਹੀਦਾ ਹੈ। ਇਹ ਵੀ ਧਾਰਾਵਾਂ ਹੋਣੀਆਂ ਚਾਹੀਦੀਆਂ ਵੀ ਆ ਜਦੋਂ ਕਿਤੇ ਕੋਈ ਗਲਤੀ ਕਰਦਾ ਹੈ, ਮੰਨ ਲੈਂਦੇ ਆ ਕਿਸੇ ਨੇ ਕੋਈ ਗਲਤੀ ਕੀਤੀ, ਉਹਨੂੰ ਪੁਲਿਸ ਫੜਦੀ ਹੈ, ਜੱਜ ਉਹਨੂੰ ਸਜ਼ਾ ਸੁਣਾਉਂਦਾ,
ਪਰ ਜਾਜੇਤ ਨਹੀਂ ਕਹਿੰਦਾ ਉਹਦੀ ਪੱਗ ਲਾ ਦਿਓ, ਉਹਨੂੰ ਪੈਰੋਂ ਨੰਗਾ ਕਰੋ, ਉਹਨੂੰ ਅਲਫ ਨੰਗਾ ਕਰਕੇ ਪੇਸ਼ ਕਰੋ, ਜਾਜੇਤ ਨਹੀਂ ਕਹਿੰਦਾ। ਇਹ ਵੀ ਕਾਨੂੰਨ ਬਣਨੇ ਚਾਹੀਦੇ ਨੇ, ਚਾਹੇ ਕੋਈ ਸਾਡਾ ਖਾਲਸਾ ਹੈ, ਚਾਹੇ ਕੋਈ ਧੋਤੀ ਬੋਦੀ ਆ ਰੱਖਣ ਵਾਲਾ, ਚਾਹੇ ਕੋਈ ਮੁਸਲਮਾਨ ਵੀਰ ਹੈ, ਚਾਹੇ ਕੋਈ ਈਸਾਈ ਹੈ। ਜਦੋਂ ਕਿਸੇ ਤੇ ਕੋਈ ਮੁਕੱਦਮਾ ਦਰਜ ਹੁੰਦਾ ਹੈ, ਉਹਦੇ ਧਾਰਮਿਕ ਜਿਹੜੇ ਚਿੰਨ੍ਹ ਨੇ ਉਹਨਾਂ ਦਾ ਧਿਆਨ ਰੱਖਿਆ ਜਾਏ। ਔਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੱਲਾ ਮਾਰਨਾ ਪਊ। ਸਿੱਖ ਨੀਤੀ ਤੋਂ ਬਿਨਾਂ ਪੰਜਾਬ ਦੀ ਧਰਤੀ ਤੇ ਜਾਂ ਭਾਰਤ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣਾ ਨਾਮੁਮਕਿਨ ਹੈ। ਜਿਸ ਦਿਨ ਤੁਸੀਂ ਸਿੱਖ ਨੀਤੀ ਅਕਾਲ ਤਖਤ ਸਾਹਿਬ ਨੂੰ ਬਹਾਲ ਕਰ ਲੋਗੇ, ਉਸ ਦਿਨ ਇਹ ਕਾਨੂੰਨ ਪਾਸ ਹੋਣਗੇ। ਤੇ ਜਿੰਨਾ ਚਿਰ ਬਾਦਲਾਂ ਦਾ ਇਹ ਝੋਲੀ ਚੁੱਕ ਉਹਨਾਂ ਨੇ ਆਪਣਾ ਉਹ ਬੇਬੀ ਲਾਇਆ ਹੋਇਆ ਵਾ, ਉਹ ਜਿੱਦਾਂ ਪਿੱਛੋਂ ਤਾਰਾਂ ਖੜਕਦੀਆਂ ਨੇ ਨਾਗਪੁਰ ਚੰਡੀਗੜ੍ਹ ਤੋਂ, ਉਸ ਤਰ੍ਹਾਂ ਦਾ ਕੁਛ ਇਹ ਬੋਲਦਾ ਹੈ। ਤੇ ਉਹਨਾਂ ਚਿਰ ਤਾਂ ਤੁਸੀਂ ਇਹਨਾਂ ਕਾਨੂੰਨਾਂ ਦੀ ਆਸ ਨਾ ਰੱਖੋ। ਤੇ ਜਿਹੜੇ ਹੈਗੇ ਵੀ ਆ ਉਹ ਲਾਗੂ ਕਿਵੇਂ ਹੁੰਦੇ ਆ? ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਨੂੰ ਲੈ ਕੇ ਕੁਛ ਲੋਕ ਫੜੇ ਵੀ ਗਏ, ਉਹਨਾਂ ਦੇ ਉੱਤੇ ਧਾਰਾ 295 ਇਹ ਲਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਉਹੀ ਧਾਰਾ ਹੁਣ ਬਾਦਲ ਟੱਬਰ ਤੇ ਜਾਂ ਇਹਨਾਂ ਦੇ ਕਰਿੰਦਿਆਂ ਤੇ ਲੱਗਦੀ ਹੈ, ਪਰ ਉਹਨਾਂ ਨੂੰ ਇਹਨਾਂ ਦਾ ਜਹੇਦਾਰ ਕੀ ਕਹਿੰਦਾ? ਇਹਨਾਂ ਨੂੰ ਝਾੜੂ ਮਰਵਾ ਕੇ ਛੱਡ ਦਿਓ। ਜਦੋਂ ਝਾੜੂ ਵੀ ਮਾਰ ਰਹੇ ਸੀਗੇ, ਮੀਡੀਆ ਵੱਲ ਜ਼ਿਆਦਾ ਧਿਆਨ ਸੀਗਾ, ਹੱਸਣ ਖੇਡਣ ਵੱਲ ਜ਼ਿਆਦਾ ਧਿਆਨ ਸੀਗਾ, ਕਿਉਂਕਿ ਉਸ ਦਿਨ ਅਸੀਂ ਇੱਥੇ ਸੀਗੇ ਜਿਸ ਦਿਨ ਇਹਨਾਂ ਦੀ ਸੇਵਾ ਲਈ ਆ, ਔਰ ਜ਼ਿਆਦਾ ਉਹ ਮੀਡੀਆ ਵੱਲ ਧਿਆਨ ਸੀਗਾ ਕਿ ਮੀਡੀਆ ਸਾਨੂੰ ਕਵਰੇਜ ਜ਼ਿਆਦਾ ਦੇਵੇ। ਉਹ ਹੱਸ ਰਹੇ ਸੀਗੇ, ਉਹਨਾਂ ਨੂੰ ਸ਼ਰਮ ਨਹੀਂ ਸੀਗੀ। ਉਹਨਾਂ ਨੂੰ ਸ਼ਰਮ ਨਹੀਂ ਸੀ, ਉਹ ਹਾਸੇ ਰਹੇ ਸੀ ਵੀ ਸਿੱਖੋ ਅਸੀਂ ਤੁਹਾਨੂੰ ਬੁੱਧੂ ਬਣਾ ਰਹੇ ਹਾਂ, ਅਸੀਂ ਤੁਹਾਨੂੰ ਆ ਵੇਖੋ ਕਿੱਦਾਂ ਤੁਹਾਨੂੰ ਅਸੀਂ ਗੁੰਮਰਾਹ ਕਰਦੇ ਹਾਂ, ਕਿਵੇਂ ਤੁਹਾਡਾ ਮਜ਼ਾਕ ਉਡਾਉਂਦੇ ਅਸੀਂ ਵੀ ਸਿੱਖ ਬੜੇ ਅੱਜ ਬੇਸਮਝ ਤੇ ਹੋ ਗਏ ਨੇ ਹੋਰ ਤਰ੍ਹਾਂ ਦੇ, ਵੀ ਅਸੀਂ ਦੋਸ਼ੀ ਵੀ ਹਾਂ। ਸਾਡੇ ਲਈ ਸਾਡਾ ਜਥੇਦਾਰ ਬੈਠਾ ਸਜ਼ਾ ਦੇਣ ਵਾਲਾ, ਤੁਹਾਨੂੰ ਸਜ਼ਾ ਦੇਣੀ ਪਈ ਤੇ ਅਸੀਂ ਤੁਹਾਡੇ ਤੇ ਮੁਕੱਦਮਾ ਦਰਜ ਕਰਾਵਾਂਗੇ। ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਉਹਨਾਂ ਨੂੰ ਸਜ਼ਾ ਸੁਣਾ ਰਹੇ ਸੀਗੇ, ਔਰ ਜਿਹੜੇ ਥੱਲੇ ਬੈਠੇ ਸੀਗੇ ਉਹ ਵੀ ਹੱਸ ਰਹੇ ਸੀਗੇ ਉਸ ਟਾਈਮ ਤੇ, ਔਰ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਆ ਕਿ ਤੁਸੀਂ ਹੱਸ ਰਹੇ ਹੋ। ਉਹ ਤਾਂ ਹੱਸਣਗੇ ਜੀ, ਕਿਉਂਕਿ ਉਹਨਾਂ ਨੇ ਉਹ ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਉਹ ਕਿਸੇ ਗੱਪੀ ਨੇ ਨਾ ਕੋਈ ਉਹ ਜਮੂਰਾ ਰੱਖ ਲਿਆ, ਉਹ ਕਹਿੰਦਾ ਜਦੋਂ ਮੈਂ ਗੱਪ ਮਾਰੂੰਗਾ ਨਾ ਤੂੰ ਮਗਰੋਂ ਫਟਾਫਟ ਟਾਕੀ ਲਾਉਣੀ ਆ ਵੀ ਲੋਕ ਮੇਰੇ ਗੱਲ ਨਾ ਪੈਣ। ਉਹ ਕਹਿੰਦਾ ਜੀ ਸਾਡਾ ਜਿਹੜਾ ਆਗੂ ਆ ਨਾ ਉਹ ਐਡਾ ਤਗੜਾ ਸ਼ਿਕਾਰੀ ਆ, ਇੱਕ ਦਿਨ ਸ਼ਿਕਾਰ ਖੇਡਣ ਗਿਆ ਤੇ ਉਹਨੇ ਜਦੋਂ ਤੀਰ ਮਾਰਿਆ ਤੇ ਹਿਰਨ ਦੇ ਖੁਰ ਦੇ ਵਿੱਚੋਂ ਦੀ ਲੰਘ ਕੇ ਸਿਰ 'ਚ ਵੱਜ ਗਿਆ। ਉਹ ਕਹਿੰਦੇ ਅਸੀਂ ਨਹੀਂ ਮੰਨਦੇ ਜੀ। ਤੇ ਹੁਣ ਜਿਹੜਾ ਇਹੋ ਜਿਹਾ ਜਮੂਰਾ ਰੱਖਿਆ ਜੀ, ਕਹਿੰਦਾ ਬੋਲ ਭਈ। ਉਹ ਮਗਰੋਂ ਬੋਲਦਾ, ਕਹਿੰਦਾ ਜਦੋਂ ਇਹ ਸਾਡੇ ਗੱਪੀ ਨੇ ਤੀਰ ਮਾਰਿਆ ਸੀ ਸ਼ਿਕਾਰੀ ਬਣ ਕੇ ਨਾ, ਉਦੋਂ ਹਿਰਨ ਸਿਰ ਖੁਰਕ ਰਿਹਾ ਸੀਗਾ ਖੁਰ ਦੇ ਨਾਲ, ਉਹਨੇ ਟਾਕੀ ਲਾਤੀ ਜੀ ਮਗਰੋਂ। ਉਹਨੇ ਮਗਰੇ ਦੂਜੀ ਗੱਪ ਮਾਰਤੀ, ਕਹਿੰਦਾ ਸਾਡੇ ਮੈਂ ਇੱਕ ਦਿਨ ਗੋਲਾ ਦਾਗਿਆ, ਆਸਮਾਨ ਪਾੜ ਕੇ ਰੱਖ ਦਿੱਤਾ। ਉਹ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਆਸਮਾਨ ਕਿੱਦਾਂ ਪਾੜ ਦਿੱਤਾ ਤੂੰ? ਉਹ ਕਹਿੰਦਾ ਦੱਸ ਵੀ ਬੋਲ ਹੁਣ ਲਾ ਟਾਕੀ। ਉਹ ਕਹਿੰਦਾ ਇੱਥੇ ਨਹੀਂ ਲੱਗਣੀ, ਕਿਉਂ? ਕਹਿੰਦੇ ਗੱਪ ਵੱਡੀ ਮਾਰ ਦਿੱਤੀ ਨਾ ਹੁਣ। ਤੇ ਉਹ ਮੁੜ ਕੇ ਕੀ ਹੋਇਆ, ਕਹਿੰਦੇ ਗੱਪੀ ਤੇ ਭੱਜ ਗਿਆ, ਉਹ ਜਿਹੜਾ ਟਾਕੀਆਂ ਲਾਉਣ ਵਾਲਾ ਸੀ ਉਹ ਮੰਜਿਆ ਗਿਆ। ਉਹ ਤਾਂ ਹੱਸਦੇ ਸੀ ਵੀ ਤੂੰ ਜਿਹੜੀਆਂ ਟਾਕੀਆਂ ਲਾ ਰਿਹਾ ਸਾਨੂੰ ਕੱਖ ਨਹੀਂ ਹੋਣਾ, ਤੈਨੂੰ ਕੌਮ ਨੇ ਮਾਂਜ ਕੇ ਰੱਖਣਾ, ਫਿਕਰ ਨਾ ਕਰੀ, ਤੂੰ ਮਾਂਜੇ ਜਾਣਾ। ਇੱਥੇ ਪਹਿਲਾਂ ਗੁਰਬਚਨ ਸਿੰਘ ਮਾਂਜਿਆ ਗਿਆ, ਉਹ 3 ਤਾਰੇ ਹੋਟਲ ਤੇ ਬਾਦਲ ਦਲ ਦੀ ਖੁਸ਼ੀ ਦੇ ਚੱਕਰ 'ਚ ਕੁਰਸੀ ਦੀ ਪਕੜ 'ਚ ਮਾਂਜਿਆ ਗਿਆ, ਔਰ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ ਇਹਨਾਂ ਨੇ, ਦੀ ਪ੍ਰਾਪਰਟੀ ਬਣਾ ਗਿਆ। ਮਾਂਜੇ ਇੰਨੇ ਵੀ ਜਾਣਾ ਹੈ। ਉਹ ਤਾਂ ਹੱਸਦੇ ਸੀਗੇ ਕਿ ਜਥੇਦਾਰਾ ਤੂੰ ਇਹ ਜਮੂਰਾ ਬਣ ਗਿਆ ਵੀ ਢਾਹ ਤਾਂ ਜਥੇਦਾਰ ਨੂੰ ਲੱਗ ਰਹੀ ਹੈ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਲੱਗ ਰਹੀ ਹੈ, ਫਾਇਦਾ ਬਾਦਲ ਦਲ ਨੂੰ ਤੇ ਬਾਦਲ ਦਲ ਦੇ ਝੋਲੀ ਚੁੱਕਾਂ ਨੂੰ ਹੋ ਰਿਹਾ ਹੈ। ਉਹ ਸੱਚੇ ਹੱਸਦੇ ਸੀਗੇ। ਤੇ ਮੈਂ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਸਿੱਖ ਨੀਤੀ ਆਪਾਂ ਬਹਾਲ ਨਹੀਂ ਕਰ ਲੈਂਦੇ, ਇੱਥੇ ਕੀ ਹੋਊ? ਦੂਜਾ ਕੋਈ ਨਰਾਦਰੀ ਕਰਦਾ ਫੜਿਆ ਗਿਆ ਤਾਂ ਜੇਲ੍ਹ ਜਾਊ, ਜੇ ਬਾਦਲ ਕੇ ਫੜੇ ਗਏ ਤੇ ਝਾੜੂ ਮਾਰ ਕੇ ਟਿਚਰਾਂ ਕਰਕੇ ਚਲੇ ਜਾਣਗੇ। ਅਸੀਂ ਚਾਹੁੰਦੇ ਹਾਂ ਸਿੱਖ ਨੀਤੀ ਬਹਾਲ ਹੋਵੇ, ਔਰ ਜਾਂ ਤਾਂ ਸੌਦੇ ਸਾਧ ਦੇ ਚੇਲਿਆਂ ਨੂੰ ਝਾੜੂ ਮਾਰ ਕੇ ਛੱਡ ਦਿਓ, ਜਾਂ ਫਿਰ ਸਿੱਖ ਨੀਤੀ ਬਹਾਲ ਕਰਕੇ ਇਸ ਬਾਦਲ ਕੋੜਮੇ ਤੇ ਸਕੰਜਾ ਕੱਸ ਕੇ ਇਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਭੇਜ ਦਿਓ। ਪਰ ਇਹ ਹੋਣਾ ਤਾਂ ਆਇਆ ਸਿੱਖ ਨੀਤੀ ਤੋਂ ਬਿਨਾਂ ਨਹੀਂ ਹੋਣਾ। ਆਪ ਜੀ ਨਾਲ ਇੱਥੇ ਆ ਕੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਪ੍ਰਸ਼ਾਸਨ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ? ਸ਼੍ਰੋਮਣੀ ਕਮੇਟੀ ਨੇ ਜੋ ਕਰਨਾ ਆ ਉਹ ਤਾਂ ਉਹਨਾਂ ਦੇ ਬੇਬੀ ਜਥੇਦਾਰ ਨੇ ਕਹਿ ਦਿੱਤਾ ਵੀ ਜੇ ਕੋਈ ਹੁਣ ਜਿੰਦਰਾ ਮਾਰਨ ਆਇਆ ਤੇ ਅਕਾਲੀ ਦਲ ਵਾਲਿਓ ਨਹੀਂ, ਅਕਾਲੀ ਦਲ ਵਾਲਿਓ, ਕਿਉਂਕਿ ਇਹ ਸਿੱਖ ਨਹੀਂ ਨਾ।
ਤੇ ਉਹਨਾਂ ਨੇ ਕਿਹਾ ਵੀ ਜਿਹੜੇ ਗੁੰਡੇ ਤੁਸੀਂ 100 ਸਾਲ ਪਹਿਲਾਂ ਇਕੱਠੇ ਕੀਤੇ ਸੀ, ਮਹੰਤ ਨੇ ਵੀ ਇਦਾਂ ਹੀ ਕਿਹਾ ਸੀ। ਉਹ ਕਹਿੰਦਾ ਕਿਰਪਾਨਾਂ ਟਕੂਏ ਚੁੱਕ ਕੇ ਆ ਜਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਲਈ ਤਾਂ ਤੁਹਾਡੀਆਂ ਕਿਰਪਾਨਾਂ ਨਿਕਲਦੀਆਂ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਲਈ ਆਵਾਜ਼ ਦੇਣ ਵਾਲਿਆਂ ਦੇ ਵਿਰੁੱਧ ਜ਼ਰੂਰ ਨਿਕਲ ਜਾਂਦੀਆਂ ਨੇ। ਉਹਨਾਂ ਦੀ ਇਸ ਸਟੇਟਮੈਂਟ ਤੋਂ ਸਾਨੂੰ ਇਹ ਪਤਾ ਲੱਗ ਗਿਆ। ਉਹ ਕਹਿੰਦੇ ਤੁਸੀਂ ਆਇਓ ਸਹੀ, ਪਹਿਲਾਂ ਵੀ ਟੁੱਕੇ ਸੀ, ਹੁਣ ਵੀ ਟੁੱਕੇ ਨੇ, ਤੇ ਜਿਹੜੇ ਗਾਹ ਹੋਣਗੇ ਉਹਨਾਂ ਨੂੰ ਵੀ ਵੱਢਾਂਗੇ ਅਸੀਂ। ਉਹਨਾਂ ਦੀ ਸਟੇਟਮੈਂਟ ਉਹ ਆ ਗਈ ਹੈ। ਰਹੀ ਗੱਲ ਪ੍ਰਸ਼ਾਸਨ ਦੀ, ਪ੍ਰਸ਼ਾਸਨ ਵੱਲੋਂ ਅਸੀਂ 4 ਨਵੰਬਰ ਨੂੰ ਜਦੋਂ ਬੈਠੇ ਹਾਂ ਤੇ ਪਹਿਲੇ ਦਿਨ ਸਰਦਾਰ ਹਰਪਾਲ ਸਿੰਘ, ਸ਼ਾਇਦ ਉਹ DCP ਅੰਮ੍ਰਿਤਸਰ ਨੇ ਅੱਜ ਕੱਲ੍ਹ, ਉਹ ਆਏ ਸੀਗੇ, ਨਾਲ ਉਹਨਾਂ ਦੇ ਇੱਕ ਹੋਰ ਅਫਸਰ ਸਨ। ਉਹ ਜਦੋਂ ਆ ਕੇ ਸਾਨੂੰ ਮਿਲੇ ਤੇ ਕਹਿੰਦੇ ਵੀ ਭਾਈ ਸਾਹਿਬ ਤੁਹਾਡੀ ਤੁਸੀਂ ਕੀ ਚਾਹੁੰਦੇ ਹੋ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਤੁਹਾਨੂੰ ਪੰਥਕ ਹੋਕੇ ਦੇ ਰੂਪ ਵਿੱਚ ਹੋਕਾ ਦਿੰਦੇ ਆ ਕਿ ਜਿਹੜੇ ਸਰਦਾਰ ਹਰਪਾਲ ਸਿੰਘ ਨੇ ਨਾ, ਇਹ ਵੀ ਵੇਖੋ ਕੁਦਰਤ ਕੈਸੀ ਖੇਡ ਖੇਡਦੀ ਹੈ ਕਿ ਮਹਾਰਾਜ ਕਈ ਵਾਰੀ ਨਾ ਇਤਿਹਾਸ ਦੁਆਰਾ ਆਪਣੇ ਪੰਨੇ ਦੁਹਰਾਉਂਦਾ ਹੈ। ਸਰਦਾਰ ਹਰਪਾਲ ਸਿੰਘ ਭਾਈ ਲਛਮਣ ਸਿੰਘ ਦੇ ਪਰਿਵਾਰ ਵਿੱਚੋਂ ਸ਼ਹੀਦ, ਸਾਕਾ ਨਨਕਾਣਾ ਸਾਹਿਬ। ਮੈਂ ਕਿਹਾ ਵੀ ਤੁਹਾਡੇ ਵੱਡਿਆਂ ਨੇ ਸ਼ਹੀਦੀ ਦਿੱਤੀ, ਉਸ ਗੰਦੇ ਖੂਨ ਨੂੰ ਸਾਫ਼ ਕੀਤਾ ਮਹੰਤਾਂ ਦਿਆਂ ਨੂੰ, ਆਪਣਾ ਪਵਿੱਤਰ ਖੂਨ ਡੋਲ ਕੇ ਤੇ ਗੁਰੂ ਘਰ ਦੀ ਪਵਿੱਤਰਤਾ ਬਹਾਲ ਕਰ ਦਿੱਤੀ। ਅੱਜ 100 ਸਾਲ ਬਾਅਦ ਫਿਰ ਤੁਹਾਡੀ ਵਾਰੀ ਲੱਗ ਗਈ ਹੈ, ਮੁਕੱਦਮਾ ਅਸੀਂ ਲੈ ਕੇ ਆਏ ਹਾਂ। ਤੂੰ ਭਾਈ ਲਛਮਣ ਸਿੰਘ ਦਾ ਵਾਰਸ ਹੈ, ਇੱਧਰ ਮਹੰਤਾਂ ਦਾ ਕੋੜਮਾ ਬੈਠਾ ਹੈ। ਅੱਜ ਫਿਰ ਸਹੀ ਪਾ ਕੇ ਤੇ ਉਸ ਇਤਿਹਾਸ ਨੂੰ ਫਿਰ ਦੁਹਰਾ ਦੇ ਕਿ 100 ਸਾਲ ਬਾਅਦ ਵੀ ਸਾਡੇ ਪਹਿਲਾਂ ਖੂਨ ਨੇ ਮਹੰਤ ਕੱਢੇ ਸੀ ਤੇ ਹੁਣ ਵਾਲੇ ਮਹੰਤਾਂ ਤੇ ਭਾਈ ਲਛਮਣ ਸਿੰਘ ਦਾ ਖੂਨ ਫਿਰ ਮੁਕੱਦਮਾ ਦਰਜ ਕਰਕੇ ਇਤਿਹਾਸ ਰਚ ਰਿਹਾ। ਔਰ ਉਹ ਉਦੋਂ ਤਾਂ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਵੀ ਅਸੀਂ ਸਲਾਹ ਕਰਾਂਗੇ, ਤੇ ਅੱਜ 18 ਦਿਨ ਹੋ ਗਏ ਆ, ਉਦੋਂ ਬਾਅਦ ਕੋਈ ਅਜੇ ਤੱਕ ਆਇਆ ਨਹੀਂ ਜੀ। ਤੇ ਹੁਣ ਗਾਂ ਕੀ ਹੁੰਦਾ ਹੈ ਉਹ ਵੱਖਰੀ ਗੱਲ। ਤੇ ਅਸੀਂ 6 ਦਸੰਬਰ ਨੂੰ ਐਤਵਾਰ ਵਾਲੇ ਦਿਨ ਇੱਕ ਪੰਥਕ ਹੋਕਾ ਦੇਣ ਲਈ, ਇਸ ਸੰਘਰਸ਼ ਨੂੰ ਤੇਜ਼ ਕਰਨ ਲਈ, ਕੈਪਟਨ ਸਰਕਾਰ ਤੇ ਪ੍ਰਸ਼ਾਸਨ ਦੀ ਨੀਂਦ ਖੋਲ੍ਹਣ ਲਈ ਹੁਣ ਤੱਕ ਉਹ ਸੁੱਤੇ ਪਏ ਆ, ਤੇ ਸਿੱਖ ਸੰਗਤਾਂ ਨੂੰ ਨਵਾਂ ਪ੍ਰੋਗਰਾਮ ਦੇਣ ਲਈ ਅਸੀਂ ਇੱਕ ਇਕੱਠ ਰੱਖਿਆ। ਔਰ ਉਹਦੇ ਵਿੱਚ ਇਹ ਵੀ ਬੇਨਤੀ ਕਰਦੇ ਹਾਂ ਕਿ ਉਹ ਪੰਥਕ ਹੀ ਹੋਣਗੇ, ਵੀ ਵੱਡਾ ਇਕੱਠ ਨਹੀਂ। ਇਕੱਠ ਤੋਂ ਭਾਵ ਗੁਰਮਤਾ ਕਰਨ ਵਾਲੇ ਉਹ ਵੀਰ ਆਉਣਗੇ ਜਿਹੜਾ ਅਗਲਾ ਪ੍ਰੋਗਰਾਮ ਦੇਣਗੇ। ਅਸੀਂ ਉਸ ਪ੍ਰੋਗਰਾਮ ਦੇਣ ਜਾ ਰਹੇ ਹਾਂ 6 ਦਸੰਬਰ ਨੂੰ। ਇਹਨਾਂ ਦੀ ਨੀਂਦ ਖੋਲ੍ਹਣੀ ਹੈ ਤੇ ਕੈਪਟਨ ਸਰਕਾਰ ਦੀ ਨੀਂਦ ਖੋਲ੍ਹਣੀ ਹੈ, ਜਗਾਉਣ ਵਾਸਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੈ। ਤੇ ਨਵਾਂ ਪ੍ਰੋਗਰਾਮ ਜਿਹੜਾ ਉਹ ਸਾਡੀ ਰਣਨੀਤੀ ਕੀ ਹੋਊ ਉਹ ਦੱਸਣ ਲਈ ਅਸੀਂ 6 ਦਸੰਬਰ ਦਾ ਦਿਨ ਰੱਖਿਆ ਵਾ, ਐਤਵਾਰ ਦਾ ਦਿਨ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਉਹ ਜ਼ਰੂਰ ਪਹੁੰਚਣ, ਮੀਡੀਆ ਵਾਲੇ ਵੀਰ ਵੀ ਪਹੁੰਚਣ, ਆਪ ਜੀ ਵੀ ਸਾਰੇ ਆਇਓ। 11 ਤੋਂ 3 ਵਜੇ ਦਾ ਟਾਈਮ ਹੈ 6 ਦਸੰਬਰ ਦਾ, ਉਹ ਜਿੰਨੇ ਕੁ ਤੁਸੀਂ ਪਹੁੰਚ ਸਕਦੇ ਹੋ ਜ਼ਰੂਰ ਪਹੁੰਚਿਓ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਸਵਰੂਪ ਨੂੰ ਲੈ ਕੇ ਇਹ ਮੁਕੱਦਮਾ ਦਰਜ ਹੋ ਸਕੇ। ਕਿਹੜੀ ਜਗ੍ਹਾ ਤੇ ਕਰਦੇ ਹੋ? ਇੱਥੇ ਇਹੀ ਥੜਾ ਮੱਲਿਆ ਹੋਇਆ ਜੀ। ਠੀਕ ਹੈ। ਇਸੇ ਥੜੇ ਤੋਂ ਸਾਰਾ ਕੁਝ ਹੋਊਗਾ ਔਰ ਇਹ ਥੜਾ ਹੁਣ ਇਤਿਹਾਸਕ ਬਣਾ ਕੇ ਛੱਡਾਂਗੇ। ਗੁਰੂ ਮਹਾਰਾਜ ਮਿਹਰ ਕਰਨ। ਹੁਣ ਅਸੀਂ ਵੀ ਆਪਣੇ ਚੈਨਲ ਦੇ ਥਰੂ ਜਿਹੜੀ ਸੰਗਤਾਂ ਉਹਨਾਂ ਨੂੰ ਅਪੀਲ ਕਰਦੇ ਹਾਂ ਜੀ, ਜਿਹੜਾ ਇੱਥੇ ਮੋਰਚਾ ਲੱਗਾ ਹੈ ਉਹਦੇ ਵਿੱਚ ਆ ਕੇ ਤੁਸੀਂ ਸਾਥ ਦਿਓ ਔਰ ਇੱਥੇ ਬੈਠੋ ਆ ਕੇ, ਤਾਂ ਕਿ ਇਹ ਮੋਰਚਾ ਜਿਹੜਾ ਸਫਲ ਹੋ ਸਕੇ। ਜਿਹੜਾ ਇਹ ਮੋਰਚਾ ਕਿਸੇ ਦਾ ਪਰਸਨਲ ਮੋਰਚਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਗੁੰਮ ਹੋ ਚੁੱਕੇ ਆ ਉਹਨਾਂ ਵਾਸਤੇ ਇਹ ਮੋਰਚਾ ਲੱਗਾ ਹੋਇਆ ਹੈ। ਠੀਕ ਹੈ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।